ਕਿਸਾਨੀ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਤੁਹਾਡੇ ਨਾਲ ਹੋਰ ਵੀ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੇ ਬੜੇ ਸਾਰੇ ਸੀਗੇ। ਪਿੱਛੇ ਜੇ ਇੱਕ ਹਾਦਸਾ ਵਾਪਰਿਆ ਔਰ ਅਸੀਂ ਇੱਕ ਅਜਿਹੇ ਕਲਾਕਾਰ ਨੂੰ ਮਿਸ ਕਰ ਚੁੱਕੇ ਹਾਂ ਫॉर ਦਾ ਮਤਲਬ ਲਾਈਫ ਟਾਈਮ ਲਈ, ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ। ਜਸਟ ਜੇ ਤੁਸੀਂ ਉੱਥੇ ਪਹੁੰਚੇ ਸੀਗੇ ਅੰਤਿਮ ਸੰਸਕਾਰ ਦੇ ਵਿੱਚ, ਲੇਕਿਨ ਫਿਰ ਵੀ ਇਹ ਗੱਲਾਂ ਹੋਈਆਂ ਕਿ ਕੋਈ ਕਲਾਕਾਰ ਨਹੀਂ ਪਹੁੰਚ। ਤੁਸੀਂ ਹਾਲਾਂਕਿ ਆਪ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਜਿਹੜੇ ਐਮਐਲਏ ਦੀ ਚੋਣਾਂ ਦੇ ਦੌਰਾਨ ਉਹ ਸ਼ੋਅ ਵੀ ਮਨਾ ਕਰਤਾ, ਠੀਕ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਮਤਲਬ ਲੋਕਾਂ ਦੀ ਸਾਈਕੀ ਤੋਂ ਹੈਰਾਨ ਆ ਵੀ ਤੁਸੀਂ ਕਿਸੇ ਦਾ ਜਵਾਨ ਪੁੱਤ ਚਲਾ ਗਿਆ ਤੇ ਤੁਸੀਂ ਉਹਦੇ ਸੰਸਕਾਰ ਤੇ ਜਾ ਰਹੇ ਹੋ ਤੇ ਤੁਸੀਂ ਪਹਿਲਾਂ ਪੋਸਟ ਪਾਓ ਵੀ ਮੈਂ ਆ ਗਿਆ, ਫਿਰ ਵੀਡੀਓ ਬਣਾ ਕੇ ਪਾਓ ਵੀ ਮੈਂ ਆ ਗਿਆ। ਦੇਖੋ ਮੇਰਾ ਤਾਂ ਜ਼ਮੀਰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ, ਤੇ ਜਦੋਂ ਤੁਸੀਂ ਪੋਸਟ ਨਹੀਂ ਪਾਓਗੇ, ਵੀਡੀਓ ਨਹੀਂ ਪਾਓਗੇ, ਫਿਰ ਤੁਹਾਨੂੰ ਲੋਕ ਮੈਸੇਜ ਕਰਨਗੇ ਵੀ ਤੁਹਾਡੇ ਤੋਂ ਤਾਂ ਅਖੀਰ 'ਚ ਵੀ ਉਹਨਾਂ ਦੇ ਨਾਲ ਖੜਿਆ ਨਹੀਂ ਗਿਆ। ਇਹ ਦਿਖਾਵਾ ਕਾਹਦੇ ਵਾਸਤੇ, ਮੈਂ ਇਹ ਪੁੱਛਣਾ ਚਾਹੁੰਦਾ ਹੈ ਨਾ। ਤੇ ਫਿਰ ਦੂਜੀ ਗੱਲ ਦੇਖੋ, ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਸਾਰੇ। ਜਦੋਂ ਇੱਕ ਬੰਦਾ ਉੱਥੇ ਪਹੁੰਚ ਗਿਆ ਤੇ ਫਿਰ ਤੁਸੀਂ ਕਹਿ ਰਹੇ ਹੋ ਵੀ ਇੱਦਾਂ ਜੀ ਉੱਦਾਂ ਜੀ, ਵੀ ਤੁਸੀਂ ਉਹ ਦਿਨ ਤਾਂ ਦੇਖੋ ਅੱਜ ਕਿਹੜਾ ਪਰਿਵਾਰ ਤੇ ਕੀ ਭਾਣਾ ਵਰਤ ਰਿਹਾ, ਲੋਕਾਂ ਤੇ ਕੀ ਭਾਣਾ ਵਰਤ ਰਿਹਾ, ਤੇ ਤੁਹਾਡੀ ਸੋਚ ਕਿੱਥੇ ਖੜੀ ਹੈ। ਮਤਲਬ ਕੁਝ ਚੰਦ ਲੋਕ ਨੇ, ਉਹ ਵੀ ਵੈਲ ਪਲੈਨਡ ਸੀ, ਮੈਨੂੰ ਪਤਾ ਸਾਰਾ ਕਿ ਕੌਣ ਕਿਹਨੇ ਉਹ ਕਰਵਾਇਆ ਤੇ ਕੌਣ ਸੀ, ਉਹ ਸਾਰਾ ਕੁਝ ਪਲੈਨਡ ਸੀ। ਇਹ ਗੱਲ ਜ਼ਰੂਰ ਹੈ, ਦੁੱਖ ਜ਼ਰੂਰ ਹੁੰਦਾ ਹੈ ਵੀ ਯਾਰ ਤੁਸੀਂ ਕਿਸੇ ਦੇ ਪਰਿਵਾਰ ਤੱਕ ਜਾਂਦੇ ਹੋ ਤਾਂ ਜੋ ਜਿਹੜੇ ਲੋਕ ਦੇਖਦੇ ਆ ਵੀ ਯਾਰ ਜੱਸ ਨਾਲ ਵੀ ਇਦਾਂ ਹੋਇਆ, ਤਾਂ ਕੱਲ੍ਹ ਨੂੰ ਕੋਈ ਬੰਦਾ ਮੂਹਰੇ ਨਹੀਂ ਆਊਗਾ। ਇਸ ਗੱਲ ਦਾ ਦੁੱਖ ਹੈ ਵੀ ਜਦੋਂ ਕੋਈ ਮੂਵਮੈਂਟ ਚੱਲੀ ਤਾਂ ਲੋਕ ਇਹ ਚੀਜ਼ਾਂ ਨੋਟਿਸ ਕਰਨਗੇ ਵੀ ਕੱਲ੍ਹ ਨੂੰ ਯਾਰ ਅਸੀਂ ਆ ਜਾਈਏ ਤੇ ਇਹਨਾਂ ਨੇ ਮੁੜ ਕੇ ਸਾਨੂੰ ਹੀ ਭੰਡਣਾ ਹੈ। ਮੈਂ ਤਾਂ ਇਹੀ ਅਰਦਾਸ ਕਰੂੰਗਾ ਕਿ ਜੇ ਤੁਸੀਂ ਬਾਈ ਨੂੰ ਪਿਆਰ ਕਰਦੇ ਹੋ, ਉਹਦੀ ਸੋਚ ਨੂੰ, ਉਹ ਜਿਹੜੀਆਂ ਚੀਜ਼ਾਂ ਕਹਿ ਕੇ ਗਿਆ ਸੀ ਉਹਨਾਂ ਤੇ ਪਹਿਰਾ ਦਿਓ, ਨਾ ਕਿ ਕਿਸੇ ਦੀ ਕਿਰਦਾਰਕੁਸ਼ੀ ਕਰੋ। ਮੇਰੇ ਤੇ 8 ਪਰਚੇ ਆ ਜੀ, ਜਿਨ੍ਹਾਂ 'ਚ ਜਥੇਬੰਦੀਆਂ ਨੇ ਕੋਈ ਸਟੈਂਡ ਨਹੀਂ ਲਿਆ। ਮੈਂ ਸ਼ਰੇਆਮ ਕਹਿਣਾ, ਜੋ ਪਹਿਲੀ ਵਾਰੀ ਤੁਹਾਡੇ ਕੈਮਰੇ ਤੇ ਸਾਰਿਆਂ ਦੀਆਂ ਮੈਂ ਮਿੰਨਤਾਂ ਕਰਕੇ ਹੰਬ ਗਿਆ। ਆਪਣੇ ਲਈ ਨਹੀਂ, ਪੰਜਾਬ 'ਚ ਕਿੰਨੇ ਹਜ਼ਾਰ ਮੁੰਡਿਆਂ ਦੇ ਪਰਚੇ ਆ 26 ਤਰੀਕ ਵਾਲੇ। ਸਭ ਨੂੰ ਮੈਂ ਫੋਨ ਕੀਤੇ ਵੀ ਬਾਈ ਜੀ ਆਹ ਪਰਚੇ ਆ ਮੁੰਡਿਆਂ ਦੇ, ਮੈਨੂੰ ਬਹੁਤ ਫੋਨ ਆਉਂਦੇ ਆ ਬਾਈ ਸਾਡੇ ਤੇ ਪਰਚੇ ਆ। ਉਹਨਾਂ ਦੇ ਕੋਈ ਸਟੈਂਡ ਨਹੀਂ। ਜਥੇਬੰਦੀਆਂ ਬੈਕਫੁੱਟ ਤੇ ਚਲੇ ਗਈਆਂ, ਆਪਦੀਆਂ ਵੋਟਾਂ 'ਚ ਉਲਝ ਗਈਆਂ ਆ ਕੇ ਕਿ ਅਸੀਂ ਇਲੈਕਸ਼ਨ ਲੜਨਾ। ਅਸੀਂ ਉਹਨਾਂ ਨੂੰ ਛੱਡਤਾ। ਮੈਂ ਇੱਥੇ ਉਹਨਾਂ ਦਾ ਬਾਈਕਾਟ ਕੀਤਾ ਕਿ ਨਹੀਂ ਯਾਰ ਅਸੀਂ ਤੁਹਾਡੇ ਨਾਲ ਨਹੀਂ ਚੱਲਾਂਗੇ। ਸੋ ਸਾਡੇ ਨਾਲ ਇਸ ਵਕਤ ਮੌਜੂਦ ਨੇ ਜਸ ਬਾਜਵਾ ਜੀ। ਪਹਿਲੇ ਤਾਂ ਬਹੁਤ-ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸੋ ਕਿਸਾਨੀ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਤੁਹਾਡੇ ਨਾਲ ਹੋਰ ਵੀ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੇ ਬੜੇ ਸਾਰੇ ਸੀਗੇ। ਪਿੱਛੇ ਜੇ ਇੱਕ ਹਾਦਸਾ ਵਾਪਰਿਆ ਔਰ ਅਸੀਂ ਇੱਕ ਅਜਿਹੇ ਕਲਾਕਾਰ ਨੂੰ ਮਿਸ ਕਰ ਚੁੱਕੇ ਹਾਂ ਫॉर ਦਾ ਮਤਲਬ ਲਾਈਫ ਟਾਈਮ ਲਈ, ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ। ਜਸਟ ਜੇ ਤੁਸੀਂ ਉੱਥੇ ਪਹੁੰਚੇ ਸੀਗੇ ਅੰਤਿਮ ਸੰਸਕਾਰ ਦੇ ਵਿੱਚ, ਲੇਕਿਨ ਫਿਰ ਵੀ ਇਹ ਗੱਲਾਂ ਹੋਈਆਂ ਕਿ ਕੋਈ ਕਲਾਕਾਰ ਨਹੀਂ ਪਹੁੰਚਿਆ, ਤੁਸੀਂ ਨਹੀਂ ਪਹੁੰਚੇ, ਜਦਕਿ ਰੋਜ਼ਾਨਾ ਸਪੋਕਸਮੈਨ ਤੇ ਉਹ ਵੀਡੀਓ ਵੀ ਪਾਈ ਗਈ ਹੈ। ਤੁਸੀਂ ਹਾਲਾਂਕਿ ਆਪ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਜਿਹੜੇ ਐਮਐਲਏ ਦੀ ਚੋਣਾਂ ਦੇ ਦੌਰਾਨ ਉਹ ਸ਼ੋਅ ਵੀ ਮਨਾ ਕਰਤਾ, ਠੀਕ ਹੈ, ਤੁਸੀਂ ਕੀ ਕਹਿਣਾ ਚਾਹੋਗੇ ਕਿ ਭੇਡ ਚੱਲਦੀ, ਕਿਉਂਕਿ ਤੁਸੀਂ ਗੱਲ ਕੀਤੀ ਹੈ ਨਾ, ਸੋ ਇੱਕ ਤੋਂ ਬਾਅਦ ਸੁਣ ਕੇ ਦੂਜਾ ਬੰਦਾ ਆਪਣੀਆਂ ਹੀ ਪਰਸੈਪਸ਼ਨਸ ਬਣਾਉਂਦਾ ਰਹਿੰਦਾ। ਸੋ ਪਹੁੰਚਣ ਤੋਂ ਬਾਵਜੂਦ, ਸ਼ੋਅ ਰੱਦ ਕਰਨ ਤੋਂ ਬਾਵਜੂਦ ਵੀ ਅਜਿਹੀਆਂ ਗੱਲਾਂ ਦਾ ਹੋਣਾ ਇੱਕ ਕਲਾਕਾਰ ਲਈ, ਉਹ ਮਤਲਬ ਦੇਖੋ ਮੈਂ ਮਤਲਬ ਲੋਕਾਂ ਦੀ ਸਾਈਕੀ ਤੋਂ ਹੈਰਾਨ ਆ ਵੀ ਤੁਸੀਂ ਕਿਸੇ ਦਾ ਜਵਾਨ ਪੁੱਤ ਚਲਾ ਗਿਆ ਤੇ ਤੁਸੀਂ ਉਹਦੇ ਸੰਸਕਾਰ ਤੇ ਜਾ ਰਹੇ ਹੋ ਤੇ ਤੁਸੀਂ ਪਹਿਲਾਂ ਪੋਸਟ ਪਾਓ ਵੀ ਮੈਂ ਆ ਗਿਆ, ਫਿਰ ਵੀਡੀਓ ਬਣਾ ਕੇ ਪਾਓ ਵੀ ਮੈਂ ਆ ਗਿਆ। ਦੇਖੋ ਮੇਰਾ ਤਾਂ ਜ਼ਮੀਰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ, ਤੇ ਜਦੋਂ ਤੁਸੀਂ ਪੋਸਟ ਨਹੀਂ ਪਾਓਗੇ, ਵੀਡੀਓ ਨਹੀਂ ਪਾਓਗੇ, ਫਿਰ ਤੁਹਾਨੂੰ ਲੋਕ ਮੈਸੇਜ ਕਰਨਗੇ ਵੀ ਤੁਹਾਡੇ ਤੋਂ ਤਾਂ ਅਖੀਰ 'ਚ ਵੀ ਉਹਨਾਂ ਦੇ ਨਾਲ ਖੜਿਆ ਨਹੀਂ ਗਿਆ। ਇਹ ਦਿਖਾਵਾ ਕਾਹਦੇ ਵਾਸਤੇ, ਮੈਂ ਇਹ ਪੁੱਛਣਾ ਚਾਹੁੰਦਾ ਹੈ ਨਾ। ਤੇ ਫਿਰ ਦੂਜੀ ਗੱਲ ਦੇਖੋ, ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਸਾਰੇ। ਜਦੋਂ ਇੱਕ ਬੰਦਾ ਉੱਥੇ ਪਹੁੰਚ ਗਿਆ ਤੇ ਫਿਰ ਤੁਸੀਂ ਕਹਿ ਰਹੇ ਹੋ ਵੀ ਇੱਦਾਂ ਜੀ ਉੱਦਾਂ ਜੀ, ਵੀ ਤੁਸੀਂ ਉਹ ਦਿਨ ਤਾਂ ਦੇਖੋ ਅੱਜ ਕਿਹੜਾ ਪਰਿਵਾਰ ਤੇ ਕੀ ਭਾਣਾ ਵਰਤ ਰਿਹਾ, ਲੋਕਾਂ ਤੇ ਕੀ ਭਾਣਾ ਵਰਤ ਰਿਹਾ, ਤੇ ਤੁਹਾਡੀ ਸੋਚ ਕਿੱਥੇ ਖੜੀ ਹੈ। ਮਤਲਬ ਕੁਝ ਚੰਦ ਲੋਕ ਨੇ, ਉਹ ਵੀ ਵੈਲ ਪਲੈਨਡ ਸੀ, ਮੈਨੂੰ ਪਤਾ ਸਾਰਾ ਕਿ ਕੌਣ ਕਿਹਨੇ ਉਹ ਕਰਵਾਇਆ ਤੇ ਕੌਣ ਸੀ, ਉਹ ਸਾਰਾ ਕੁਝ ਪਲੈਨਡ ਸੀ। ਫਿਰ ਉਦੋਂ ਬਾਅਦ 'ਚ ਸਾਡੀ ਸਿੰਪਥੀ ਸੀ, ਸਾਡੀ ਹਮਦਰਦੀ ਸੀ, ਸਾਡੇ ਮੋਢੇ ਨਾਲ ਮੋਢਾ ਲਾ ਕੇ ਅੰਦੋਲਨ 'ਚ ਚੱਲਿਆ। ਵਿਚਾਰਾਂ ਦੇ ਬਖਰੇਵੇਂ ਨੇ ਜਿਹੜੇ, ਉਹ ਹਮੇਸ਼ਾ ਰਹਿੰਦੇ ਨੇ ਇੱਕ ਦੂਜੇ ਨਾਲ, ਪਰ ਸਾਡਾ ਨਿੱਜੀ ਤਾਂ ਕੁਝ ਵੀ ਨਹੀਂ ਸੀ। ਗੱਲ ਤਾਂ ਪੰਜਾਬ ਦੀ ਦੀਪ ਬਾਈ ਕਰਦਾ ਸੀ, ਅਸੀਂ ਖੇਤੀ ਦੀ ਗੱਲ ਕਰਦੇ ਸੀ। ਸਿਰਫ ਇੰਨਾ ਹੀ ਸੀ ਵੀ ਪਹਿਲਾਂ 3 ਕਾਲੇ ਕਾਨੂੰਨ ਵਾਪਸ ਕਰਾ ਲਈਏ, ਪੰਜਾਬ ਦੀ ਲੜਾਈ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਲੜਾਂਗੇ। ਇਦੋਂ ਉੱਤੇ ਕੁਝ ਵੀ ਨਹੀਂ ਸੀ। ਉਹਨਾਂ ਨੇ ਖੁਦ ਵੀ ਕਿਹਾ ਕਿ ਹਾਂ ਠੀਕ ਆ, ਸੋਚਾਂ ਦੇ ਵਖਰੇਵੇਂ ਜ਼ਰੂਰੀ ਨੇ ਔਰ ਟਾਈਮ ਤੇ ਹੋਣੇ ਵੀ ਚਾਹੀਦੇ ਨੇ, ਪਰ ਫਿਰ ਵੀ ਮੈਨੂੰ ਲੱਗਦਾ ਕਿ ਜੇ ਤੁਸੀਂ ਇੱਦਾਂ ਕਰੋਗੇ ਤਾਂ ਕੱਲ੍ਹ ਨੂੰ ਕੋਈ ਵੀ ਬੰਦਾ ਡਰੂਗਾ ਅੱਗੇ ਆ ਕੇ ਲੋਕਾਂ ਦੀ ਗੱਲ ਕਰਨ ਤੋਂ। ਜਦੋਂ ਤੁਸੀਂ ਇੰਨਾ ਜ਼ਿਆਦਾ ਟਾਰਗੇਟ ਕਰੋਗੇ, ਟੌਰਚਰ ਕਰੋਗੇ, ਫੇਕ ਆਈਡੀਆਂ ਬਣਾ ਕੇ ਕਮੈਂਟ ਕਰੋਗੇ,
ਤਾਂ ਕਿਤੇ ਨਾ ਕਿਤੇ ਲੋਕ ਬੈਕ ਐਂਡ ਤੇ ਜਾਣਗੇ, ਕੋਈ ਨਹੀਂ ਕੱਲ ਨੂੰ ਆ ਕੇ ਖੜੂਗਾ। ਇਹ ਸੋਚ ਹੈ। ਤੇ ਜਿਹੜੇ ਧਰਮ ਦੀ ਅਸੀਂ ਗੱਲ ਕਰਦੇ ਹਾਂ, ਉਹ ਧਰਮ ਕਦੇ ਵੀ ਕਿਸੇ ਦੇ ਲਈ ਇੰਨੀ ਨਫ਼ਰਤ ਜਾਂ ਇੰਨੀ ਮਾੜੀ ਭਾਵਨਾ ਪੈਦਾ ਨਹੀਂ ਕਰਦਾ, ਉਹ ਸਤਿਕਾਰ ਕਰਦਾ। ਚਲੋ ਮੰਨ ਲਓ ਉਹ ਦੁਸ਼ਮਣਾਂ ਨੂੰ ਵੀ ਮਾਫ ਕਰਦਾ ਹੈ। ਤਾਂ ਤੁਸੀਂ ਇੰਨੀ ਮਤਲਬ ਇੱਕ ਐਜ਼ ਐਨ ਪੰਜਾਬੀ ਜਵਾਨ ਇੰਨਾ ਗੰਦ ਲਿਖਦੇ ਹੋ, ਇੰਨਾ ਕੁਝ ਚੰਗਾ ਮਾੜਾ ਸੋਸ਼ਲ ਮੀਡੀਆ ਤੇ ਲਿਖਦੇ ਹੋ। ਇਹ ਮਾਨਸਿਕਤਾ ਫਿਰ ਤੁਹਾਡੀ ਕੌਮ ਦੀ ਮਾਨਸਿਕਤਾ ਦਿਖਾਈ ਜਾਂਦੀ ਹੈ ਜਦੋਂ ਤੁਸੀਂ ਇਹੋ ਜਿਹੇ ਕਮੈਂਟ ਕਰਦੇ ਹੋ ਜਾਂ ਇਹੋ ਜਿਹੇ ਮੈਸੇਜ ਕਰਦੇ ਹੋ ਵੀ ਅੱਜ ਤੁਸੀਂ ਕਿੱਥੇ ਖੜੇ ਹੋ, ਕੱਲ ਨੂੰ ਕੋਈ ਨਹੀਂ ਆਊਗਾ। ਠੀਕ ਹੈ, ਜੋ ਹੋਇਆ ਮਾੜਾ ਹੋਇਆ। ਅਸੀਂ ਹਰ ਇੱਕ ਬੰਦੇ ਨੂੰ ਦੁੱਖ ਹੈ, ਇਕੱਲੇ ਮੈਨੂੰ ਨਹੀਂ, ਸਾਰੇ ਪੰਜਾਬ ਨੂੰ, ਦੁਨੀਆ 'ਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਦੁੱਖ ਹੈ। ਪਰ ਉਹਦੇ ਲਈ ਤੁਸੀਂ ਕਿਸੇ ਨੂੰ ਬਲੇਮ ਕਰਨਾ, ਉਹ ਵੀ ਬਿਨਾਂ ਕਿਸੇ ਸਬੂਤ ਦੇ, ਬਿਨਾਂ ਕਿਸੇ ਪ੍ਰੂਫ ਦੇ, ਇਹ ਜਿਹੜੀ ਸਾਈਕੀ ਹੈ, ਇਹ ਮਤਲਬ IT ਸੈੱਲ ਕੰਮ ਕਰਦੇ ਆ, ਥੋੜ੍ਹੇ ਬੰਦੇ ਆ। ਪੰਜਾਬ ਦੀ ਇਹ ਸੋਚ ਨਹੀਂ, ਪੰਜਾਬ ਨੇ ਕਦੇ ਨਹੀਂ ਇਹ ਸੋਚਿਆ। ਇਹ ਕੁਛ ਕੁ ਪਰਸਨ ਨੇ ਜਿਹੜੇ ਸਿਰਫ ਇੱਕ ਮੁੱਦਾ ਖੜਾ ਰੱਖਣਾ ਚਾਹੁੰਦੇ ਆ। ਇਹ ਜਿਹੜਾ ਮੁੱਦਾ ਹੈ, ਇਹ ਆਪਣੀ ਇਮੇਜ, ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਇਹ ਬਹੁਤ ਡਾਊਨ ਕਰ ਰਿਹਾ ਪੰਜਾਬੀ ਭਾਈਚਾਰੇ ਦੀ ਇਮੇਜ ਤੇ ਆਪਣੀ ਸਿੱਖਾਂ ਦੀ ਇਮੇਜ। ਜੋ ਤੁਸੀਂ ਇਹ ਗਾਲੀ ਗਲੋਚ ਤੱਕ ਉਤਰਿਆ ਹੈ, ਇਹ ਸਾਡੇ ਕਿਰਦਾਰ ਨਹੀਂ, ਜਿੱਦਾਂ ਦੀ ਤੁਸੀਂ ਲੈਂਗੁਏਜ ਯੂਜ਼ ਕਰਦੇ ਹੋ। ਸਾਨੂੰ ਇਹ ਚਾਹੀਦਾ ਕਿ ਜੋ ਬਾਈ ਦੀ ਸੋਚ ਸੀ ਆਪਾਂ ਉਹਦੇ ਤੇ ਡਟ ਕੇ ਖੜੀਏ, ਉਹਨੂੰ ਅੱਗੇ ਲੈ ਕੇ ਜਾਈਏ, ਪੰਜਾਬ ਦੀ ਗੱਲ ਕਰੀਏ। ਦੇਖੋ ਧਰਨੇ ਦੀ ਗੱਲ ਕਰਦੇ ਸੀ ਨਾ, ਓਵਰਆਲ ਹੋਏ ਤਾਂ ਸਾਰੇ ਧਰਨੇ 'ਚ ਇਕੱਠੇ ਸੀ ਨਾ, ਧਰਨੇ 'ਚ ਇਕੱਠੇ ਹੋਏ, ਧਰਨਾ ਰੱਦ ਕਰਾਇਆ, ਠੀਕ ਹੈ, ਅਸੀਂ ਮੰਨਦੇ ਹਾਂ। ਅਸੀਂ ਜਥੇਬੰਦੀਆਂ ਦੇ ਨਾਲ ਚੱਲੇ। ਹੁਣ ਬੰਦਾ ਕਿਸੇ ਦੇ ਢਿੱਡ 'ਚ ਨਹੀਂ ਵੜਿਆ ਹੁੰਦਾ, ਉਹਨਾਂ ਨੇ ਆ ਕੇ ਬੈਕਫੁੱਟ ਤੇ ਆ ਗਏ। ਸਾਡਾ ਕੋਈ ਡਿਸੀਜਨ ਨਹੀਂ ਸੀ ਵੀ ਅਸੀਂ ਇਲੈਕਸ਼ਨ ਲੜਨੀ ਆ, ਉਹ ਇਲੈਕਸ਼ਨ ਲੜਨ ਲੱਗੇ, ਅਸੀਂ ਉਹਨਾਂ ਦਾ ਬਾਈਕਾਟ ਕਰਤਾ, ਲੀਵ ਇਟ, ਛੱਡਤਾ, ਗੱਲ ਮੁੱਕ ਗਈ। ਅਸੀਂ ਉਹਨਾਂ ਤੋਂ ਕੀ ਲੈਣਾ? ਅਸੀਂ ਤਾਂ ਅੱਜ ਵੀ ਆਪਣੇ ਸਟੈਂਡ ਤੇ ਖੜੇ ਆ ਨਾ ਅਸੀਂ ਇਲੈਕਸ਼ਨ ਲੜ ਰਹੇ ਹਾਂ। ਬੜਾ ਇਹਨਾਂ ਨੇ ਪ੍ਰਚਾਰ ਕੀਤਾ ਵੀ ਇਹ ਇਲੈਕਸ਼ਨ ਲੜਨਗੇ, ਨਹੀਂ ਲੜੀ ਨਾ, ਗੱਲ ਮੁੱਕ ਗਈ। ਪੰਜਾਬ ਦੀ ਗੱਲ ਕਰਦੇ ਆ, ਖੇਤੀ ਦੀ ਗੱਲ ਕਰਦੇ ਆ, ਕੋਈ ਵੀ ਕੱਲ੍ਹ ਨੂੰ ਕਿਸੇ ਵੀ ਕੋਈ ਨਾ ਮਹਾਰਾਜ ਕਰੇ ਵੀ ਇਦਾਂ ਦਾ ਮੁੱਦਾ ਉੱਠੇ, ਉੱਥੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਖੜੇ ਮਿਲਾਂਗੇ। ਪਰ ਫਿਰ ਵੀ ਤੁਸੀਂ ਬੰਦੇ ਦੀ ਕਿਰਦਾਰ ਕੁਸ਼ੀ ਕਰ ਰਹੇ ਹੋ, ਚੰਗਾ ਮਾੜਾ ਕਹਿ ਰਹੇ ਹੋ। ਕੁਛ ਚੰਦ ਬੰਦੇ ਜਿਹੜੇ ਸਿਰਫ ਇਹ ਮੁੱਦਾ ਭੜਕਾਉਣਾ ਚਾਹੁੰਦੇ ਆ, ਜਿਨ੍ਹਾਂ ਨੇ ਕੁਛ ਨਹੀਂ ਲੈਣਾ ਧਰਮ ਤੋਂ, ਕੁਛ ਨਹੀਂ ਲੈਣਾ ਕਿਸ ਤੋਂ ਵੀ, ਉਹ ਸਿਰਫ ਅੱਗ ਲਾਉਣੀ ਚਾਹੁੰਦੇ ਆ। ਇਹ ਉਹੀ ਬੰਦੇ ਆ ਜਿਹੜੇ ਖਰਾਬ ਕਰ ਰਹੇ ਆ। ਮੈਂ ਰੋਜ਼ ਐਵਰੀਡੇ ਪੰਜਾਬ 'ਚ ਜਾਂਦਾ, ਦਿਨ ਨਾਗੇ ਰੋਜ਼ ਪ੍ਰੋਗਰਾਮਾਂ 'ਤੇ ਜਾਂਦਾ। ਮੈਨੂੰ ਤਾਂ ਕਦੇ ਅੱਜ ਤੱਕ ਨਹੀਂ ਕਿਸੇ ਨੇ ਕਿਹਾ ਵੀ ਬਾਈ ਜੀ ਤੁਸੀਂ ਐਂ ਕਰਤਾ, ਤੁਸੀਂ ਵਾਹ ਕਰਤਾ, ਤੁਸੀਂ ਉਹ ਕਰਤਾ। ਇਹ ਸਿਰਫ ਸੋਸ਼ਲ ਮੀਡੀਆ 'ਤੇ ਵੇਬ ਬਣਾ ਕੇ ਸਿਰਫ ਬੰਦਿਆਂ ਦੀ ਕਿਰਦਾਰ ਕੁਸ਼ੀ ਕਰ ਰਹੇ ਆ। ਇਹਨਾਂ ਨੂੰ ਰੋਕਣਾ ਚਾਹੀਦਾ ਹੈ। ਠੀਕ ਹੈ, ਤੁਹਾਡੇ ਕੋਲ ਕੋਈ ਹੱਕ ਨਹੀਂ ਵੀ ਤੁਸੀਂ ਕਿਸੇ ਦੇ ਪਰਿਵਾਰ ਤੱਕ ਜਾਓ, ਤੁਸੀਂ ਕਿਸੇ ਨੂੰ ਚੰਗਾ ਮਾੜਾ ਕਹੋ, ਪਰ ਹਰ ਇੱਕ ਬੰਦੇ ਦੀ ਆਪ ਦੀ ਸੋਚ ਹੈ। ਇਹਨਾਂ ਚੀਜ਼ਾਂ ਨਾਲ ਕਿਸੇ ਦਾ ਕੋਈ ਮੈਨੂੰ ਨਾ ਫਰਕ ਪੈਣ ਲੱਗਿਆ। ਹਾਂ, ਇਹ ਗੱਲ ਜ਼ਰੂਰ ਹੈ, ਦੁੱਖ ਜ਼ਰੂਰ ਹੁੰਦਾ ਹੈ ਵੀ ਯਾਰ ਤੁਸੀਂ ਕਿਸੇ ਦੇ ਪਰਿਵਾਰ ਤੱਕ ਜਾਂਦੇ ਹੋ ਤਾਂ ਜਿਹੜੇ ਲੋਕ ਦੇਖਦੇ ਆ ਵੀ ਯਾਰ ਜੱਸ ਨਾਲ ਵੀ ਇਦਾਂ ਹੋਇਆ, ਤਾਂ ਕੱਲ੍ਹ ਨੂੰ ਕੋਈ ਬੰਦਾ ਮੂਹਰੇ ਨਹੀਂ ਆਊਗਾ। ਇਸ ਗੱਲ ਦਾ ਦੁੱਖ ਹੈ ਵੀ ਜਦੋਂ ਕੋਈ ਮੂਵਮੈਂਟ ਚੱਲੀ ਤਾਂ ਲੋਕ ਇਹ ਚੀਜ਼ਾਂ ਨੋਟਿਸ ਕਰਨਗੇ ਵੀ ਕੱਲ੍ਹ ਨੂੰ ਯਾਰ ਅਸੀਂ ਆ ਜਾਈਏ ਤੇ ਇਹਨਾਂ ਨੇ ਮੁੜ ਕੇ ਸਾਨੂੰ ਹੀ ਭੰਡਣਾ ਹੈ। ਸੋ ਵਾਹਿਗੁਰੂ ਉਹਨਾਂ ਨੂੰ ਸਮੱਤ ਬਖਸ਼ੇ ਤੇ ਭਰਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਪਰਿਵਾਰ ਨੂੰ ਪਿੱਛੋਂ ਭਾਣਾ ਮੰਨਣ ਦਾ ਬਲ ਬਖਸ਼ੇ। ਮੈਂ ਤਾਂ ਇਹੀ ਅਰਦਾਸ ਕਰੂੰਗਾ ਕਿ ਜੇ ਤੁਸੀਂ ਬਾਈ ਨੂੰ ਪਿਆਰ ਕਰਦੇ ਹੋ, ਉਹਦੀ ਸੋਚ ਨੂੰ, ਉਹ ਜਿਹੜੀਆਂ ਚੀਜ਼ਾਂ ਕਹਿ ਕੇ ਗਿਆ ਸੀ ਉਹਨਾਂ ਤੇ ਪਹਿਰਾ ਦਿਓ, ਨਾ ਕਿ ਕਿਸੇ ਦੀ ਕਿਰਦਾਰ ਕੁਸ਼ੀ ਕਰੋ। ਨਾ ਹੁਣ ਮੇਰੇ ਨਾਲ ਵਰਸਸ ਬਣਾ ਰਹੇ ਆ, ਮੇਰਾ ਤਾਂ ਕੋਈ ਰੌਲਾ ਹੀ ਨਹੀਂ ਸੀ ਉਹਨਾਂ ਨਾਲ। ਸਾਡੀ ਕਿੰਨੀਆਂ ਇੰਟਰਵਿਊਆਂ ਨੇ ਜਿਹੜੀਆਂ ਇਕੱਠੀਆਂ ਨੇ। ਹਾਂ, ਵਿਚਾਰਧਾਰਕ ਲੜਾਈ ਸੀਗੀ ਇੱਕ ਮੂਵਮੈਂਟ ਤੇ ਆ ਕੇ। ਅਸੀਂ ਕਹਿੰਦੇ ਸੀ ਗੱਲ ਕਿਸਾਨੀ ਦੀ ਹੋਣੀ ਚਾਹੀਦੀ ਹੈ, ਬਾਈ ਕਹਿੰਦਾ ਸੀ ਪੰਜਾਬ ਦੀ ਹੋਣੀ ਚਾਹੀਦੀ ਹੈ। ਅਸੀਂ ਇਹ ਗੱਲ ਕਹਿੰਦੇ ਸੀ ਵੀ ਸਟੈਪ ਬਾਈ ਸਟੈਪ ਚੱਲਾਂਗੇ, ਪਹਿਲਾਂ ਕਿਸਾਨੀ ਦੀ ਗੱਲ ਕਰੀਏ, ਉਦੋਂ ਬਾਅਦ 'ਚ ਪੰਜਾਬ ਦੀ ਲੜਾਈ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਇਸ 'ਚ ਗਲਤ ਕੀ ਸੀ? ਮੈਂ ਕਿਹੜਾ ਇਕੱਲਾ ਕਹਿ ਰਿਹਾ ਸੀ, ਸਾਰੇ ਕਹਿ ਰਹੇ ਸੀ। ਫਿਰ ਤੁਸੀਂ ਟਾਰਗੇਟ ਕਰਦੇ ਹੋ। ਇਹ ਮੈਂਟੈਲਿਟੀ ਆ ਲੋਕਾਂ ਦੀ। ਉਹ ਵੀ ਇਹ ਜਿਹੜੇ IT ਸੈੱਲਾਂ ਵਾਲੇ ਨੇ ਫੇਕ ਆਈਡੀਆਂ ਬਣਾਈਆਂ ਹੋਈਆਂ ਨੇ। ਕਿਸੇ ਨੇ ਮੈਨੂੰ ਦੱਸਿਆ ਵੀ ਸਾਡੇ ਕੋਲ 250 ਬੰਦੇ ਦੀ ID ਹੈ, ਤੁਹਾਡਾ ਜਿਉਣਾ ਦੁੱਭਰ ਕਰ ਦਾਂਗੇ। ਮੈਂ ਕਿਹਾ ਦੱਸੋ, ਇਹ ਫਿਰ ਤੁਸੀਂ ਬਦਨਾਮ ਕਰ ਰਹੇ ਹੋ ਬੰਦੇ ਨੂੰ। ਸੋ ਵਾਹਿਗੁਰੂ ਸਮੱਤ ਬਖਸ਼ੇ। ਮੈਂ ਤਾਂ ਇਹੀ ਬੇਨਤੀ ਕਰੂੰਗਾ ਸਭ ਨੂੰ ਕਿ ਇੰਨੀ ਨਫ਼ਰਤ ਸਾਡਾ ਧਰਮ ਨਹੀਂ ਸਿਖਾਉਂਦਾ। ਉਹ ਸਿੱਖ ਨਹੀਂ ਹੋ ਸਕਦਾ ਜਿਹੜਾ ਕਿਸੇ ਨੂੰ ਮਾਇਆ ਭੈਣਾਂ ਦੀਆਂ ਗਾਲਾਂ ਕੱਢਦਾ ਹੈ। ਹਾਂ, ਉਹ ਏਜੰਸੀਆਂ ਦੇ ਬੰਦੇ ਜ਼ਰੂਰ ਹੋ ਸਕਦੇ ਆ ਜੀ। ਜੀ, ਇੱਕ ਅਹਿਮ ਸਵਾਲ, ਪਹਿਲੇ ਤੇ ਇਸ ਗੱਲ ਨੂੰ ਵਾਕਈ ਮੰਨਣਾ ਪਏਗਾ ਕਿ ਇੱਕ ਕਲਾਕਾਰ ਦੀ ਜਿਹੜਾ ਰੋਜ਼ਗਾਰ ਹੁੰਦਾ ਜੀ, ਉਹਨੂੰ ਛੱਡ ਕੇ ਤੇ ਆਪਣੀ ਇੰਪੋਰਟੈਂਸ ਕਿਸੇ ਹੋਰ ਪਾਸੇ ਲਾ ਰਿਹਾ ਤੇ ਸ਼ਾਇਦ ਉਹਨੂੰ ਅਪਰੀਸੀਏਸ਼ਨ ਮਿਲਣੀ ਚਾਹੀਦੀ ਹੈ। ਸ਼ਾਇਦ ਉਹਨੂੰ ਅਪਰੀਸੀਏਟ ਨਹੀਂ ਕਰ ਸਕਦੇ ਤੇ ਉਹਨੂੰ ਪਿਨ ਪੁਆਇੰਟ ਜਾਂ ਟਾਰਗੇਟ ਨਾ ਕੀਤਾ ਜਾਵੇ। ਆਪਣਾ ਕੈਰੀਅਰ ਤਾਂ ਇੱਕ ਪਾਸੇ ਛੱਡ ਦਿਓ। ਮੇਰੇ ਤੇ 8 ਪਰਚੇ ਆ ਜੀ, ਜਿਨ੍ਹਾਂ 'ਚ ਜਥੇਬੰਦੀਆਂ ਨੇ ਕੋਈ ਸਟੈਂਡ ਨਹੀਂ ਲਿਆ। ਮੈਂ ਸ਼ਰੇਆਮ ਕਹਿਣਾ, ਜੋ ਪਹਿਲੀ ਵਾਰੀ ਤੁਹਾਡੇ ਕੈਮਰੇ ਤੇ ਸਾਰਿਆਂ ਦੀਆਂ ਮੈਂ ਮਿੰਨਤਾਂ ਕਰਕੇ ਹੰਬ ਗਿਆ। ਆਪਣੇ ਲਈ ਨਹੀਂ, ਪੰਜਾਬ 'ਚ ਕਿੰਨੇ ਹਜ਼ਾਰ ਮੁੰਡਿਆਂ ਦੇ ਪਰਚੇ ਆ 26 ਤਰੀਕ ਵਾਲੇ। ਸਭ ਨੂੰ ਮੈਂ ਫੋਨ ਕੀਤੇ ਵੀ ਬਾਈ ਜੀ ਆਹ ਪਰਚੇ ਆ ਮੁੰਡਿਆਂ ਦੇ। ਮੈਨੂੰ ਬਹੁਤ ਫੋਨ ਆਉਂਦੇ ਆ, ਬਾਈ ਸਾਡੇ ਤੇ ਪਰਚੇ ਆ।
ਉਹਨਾਂ ਦੇ ਕੋਈ ਸਟੈਂਡ ਨਹੀਂ। ਜਥੇਬੰਦੀਆਂ ਬੈਕਫੁੱਟ ਤੇ ਚਲੇ ਗਈਆਂ, ਆਪਦੀਆਂ ਵੋਟਾਂ 'ਚ ਉਲਝ ਗਈਆਂ ਆ ਕੇ ਕਿ ਅਸੀਂ ਇਲੈਕਸ਼ਨ ਲੜਨਾ। ਅਸੀਂ ਉਹਨਾਂ ਨੂੰ ਛੱਡਤਾ। ਮੈਂ ਇੱਥੇ ਉਹਨਾਂ ਦਾ ਬਾਈਕਾਟ ਕੀਤਾ ਕਿ ਨਹੀਂ ਯਾਰ, ਅਸੀਂ ਤੁਹਾਡੇ ਨਾਲ ਨਹੀਂ ਚੱਲਾਂਗੇ। ਤੇ ਦੂਜੀ ਗੱਲ ਇਹ ਹੈ, ਪਰਿਵਾਰਕ ਮੈਨੂੰ ਟੌਰਚਰ ਕੀਤਾ ਗਿਆ। ਕਾਰੋਬਾਰ ਮਤਲਬ ਮੈਂ ਮੀਡੀਆ ਤੇ ਬੋਲ ਕੇ ਦੱਸ ਨਹੀਂ ਸਕਦਾ ਵੀ ਕਿੰਨਾ ਜ਼ਿਆਦਾ ਲਾਸ ਹੋਇਆ। ਕਰੋੜਾਂ ਰੁਪਏ ਦਾ ਮੇਰਾ ਕਾਰੋਬਾਰ ਸੀ ਜਿਹੜਾ ਠੱਪ ਕਰਤਾ ਜਦੋਂ ਧਰਨੇ ਦੇ ਵਿੱਚ ਚੱਲੇ। ਉਦੋਂ ਬਾਅਦ 'ਚ ਤੁਸੀਂ ਹੁਣ ਕਹਿ ਰਹੇ ਹੋ ਤੁਸੀਂ ਗਦਾਰ ਹੋ, ਮਤਲਬ ਕੱਲ੍ਹ ਨੂੰ ਕੌਣ ਆਊਗਾ ਫਿਰ? ਸੋ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ। ਮੈਂ ਕਦੇ ਵੀ ਮੀਡੀਆ ਤੇ ਆ ਕੇ ਇਹ ਗੱਲ ਨਹੀਂ ਕਹੀ ਵੀ ਮੇਰਾ ਜੀ ਮੈਂ ਕਿਸਾਨੀ ਵਾਸਤੇ ਆਇਆ ਸੀ, ਮੇਰਾ ਇੰਨਾ ਨੁਕਸਾਨ ਹੋ ਗਿਆ, ਇੰਨਾ ਨੁਕਸਾਨ ਹੋ ਗਿਆ, ਲੀਵ ਇਟ ਹੋ ਗਿਆ, ਕੋਈ ਚੱਕਰ ਨਹੀਂ। ਲੋਕਾਂ ਨੂੰ ਜੇਲ੍ਹਾਂ ਵੀ ਹੋਈਆਂ ਨੇ, ਫਾਂਸੀਆਂ ਵੀ ਹੋਈਆਂ ਨੇ। ਪਰ ਫਿਰ ਵੀ ਜਦੋਂ ਤੁਸੀਂ ਕਹਿੰਦੇ ਹੋ ਵੀ ਇਹ ਫੇਮ ਲੈਣ ਆਏ ਸੀ, ਉਦੋਂ ਦੁੱਖ ਹੁੰਦਾ ਹੈ ਵੀ ਤੁਸੀਂ ਯਾਰ ਸਾਨੂੰ ਕੀ ਲੋੜ ਸੀ? ਆਰਟਿਸਟ ਤਾਂ ਪਹਿਲਾਂ ਹੀ ਬਹੁਤ ਫੇਮਸ ਹੁੰਦਾ ਹੈ। ਅਸੀਂ ਆਪਦੇ ਖੇਤਾਂ ਲਈ ਆਏ ਸੀ, ਅਸੀਂ ਆਪਦੇ ਲੋਕਾਂ ਲਈ ਆਏ ਸੀ ਤੇ ਆਉਂਦੇ ਰਹਾਂਗੇ ਅੱਗੇ ਵੀ। ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਦੋਂ ਇੱਕ ਬੰਦਾ ਆਉਂਦਾ ਉਹਦੇ ਪਿੱਛੇ ਏਜੰਸੀਆਂ ਦਿੱਲੀ ਤੋਂ ਲੈ ਕੇ ਸੈਂਟਰ ਦੀ ਸਰਕਾਰ ਨੇ ਕੀ ਕੁਝ ਨਹੀਂ ਕੀਤਾ ਸਾਡੇ ਲਈ, ਸਾਡੇ ਨਾਲ ਕਿੰਨਾ ਧੱਕਾ ਕੀਤਾ, ਇਹ ਅਸੀਂ ਜਾਣਦੇ ਹਾਂ ਜਾਂ ਸਾਡਾ ਪਰਿਵਾਰ ਜਾਣਦਾ ਹੈ। ਕੋਈ ਵੀ ਬੰਦਾ ਕਮੈਂਟ ਕਰਕੇ ਕੋਈ ਕੁਝ ਕਹਿ ਦੂਗਾ, ਇਹ ਉਹਦੀ ਆਪਦੀ ਸੋਚ ਹੈ। ਮੈਂ ਕਿਸੇ ਨੂੰ ਇਹਨਾਂ ਚੀਜ਼ਾਂ ਲਈ ਜਵਾਬ ਦੇ ਨਹੀਂ ਹੈਗਾ। ਪਰ ਫਿਰ ਵੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਯਾਰ ਤੁਸੀਂ ਅੱਜ ਇੱਕਦਮ ਕਦੇ ਕਿਸੇ ਨੂੰ ਗਦਾਰ ਕਹਿ ਦੇਣਾ ਤਾਂ ਇਹੀ ਲੋਕ ਨੇ ਨਾ। ਦੀਪ ਨੂੰ ਵੀ, ਬਾਈ ਨੂੰ ਵੀ ਇੱਕ ਵਾਰੀ ਇਹਨਾਂ ਨੇ ਕਿਹਾ ਸੀਗਾ, ਲੱਖਾਂ ਹੀ ਲੋਕ ਸੀ ਨਾ ਉਹ 'ਚ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਕਿਹਾ ਸੀ। ਅੱਜ ਸਾਨੂੰ ਕਹਿ ਰਹੇ ਨੇ ਵੀ ਇਹ ਗਦਾਰ ਨੇ, ਤਾਂ ਤੁਸੀਂ ਇਹਨਾਂ ਦੀ ਸੋਚ ਨੂੰ ਕੀ ਜੱਜ ਕਰ ਲਓਗੇ? ਇਹਨਾਂ ਲਈ ਕੋਈ ਵੀ ਬੰਦਾ ਕਦੇ ਵੀ ਗਦਾਰ ਹੋ ਜਾਂਦਾ ਹੈ, ਕਦੇ ਵੀ ਕੋਈ ਵੀ ਬੰਦਾ ਸਟਾਰ ਹੋ ਜਾਂਦਾ। ਇਹਨਾਂ ਦੀ ਮਾਨਸਿਕਤਾ ਹੈ। ਪਰ ਠੀਕ ਹੈ, ਵਾਹਿਗੁਰੂ ਜਾਣਦਾ, ਲੋਕ ਜਾਣਦੇ ਹੈ ਤੇ ਮੇਰਾ ਦਿਲ ਜਾਣਦਾ ਹੈ ਕਿ ਹਾਂ ਜੋ ਅਸੀਂ ਸੋਚ ਕੇ ਆਏ ਸੀ ਕਾਲੇ ਕਾਨੂੰਨ ਵਾਪਸ ਕਰਾਉਣੇ, ਵਾਪਸ ਕਰਾਏ, ਆਪਦੇ ਕੰਮ ਤੇ ਵਾਪਸ ਚਲੇ ਗਏ। ਜਥੇਬੰਦੀਆਂ ਨੇ ਨਹੀਂ ਸਟੈਂਡ ਲਿਆ। ਅਸੀਂ ਉਹਨਾਂ ਨੂੰ ਬਹੁਤ ਕਿਹਾ ਸੀ ਵੀ ਇਲੈਕਸ਼ਨ ਨਾ ਲੜੋ, ਇਹ ਆਪਣਾ ਕੰਮ ਨਹੀਂ। ਉਹਨਾਂ ਨੇ ਇਲੈਕਸ਼ਨ 'ਚ ਚਲੇ ਗਏ, ਅਸੀਂ ਉਹਨਾਂ ਨੂੰ ਛੱਡਤਾ, ਲੀਵ ਇਟ। ਫਿਰ ਇਹ ਵੀ ਗੱਲ ਕਹੀ ਵੀ ਯਾਰ ਕਿੰਨੇ ਮੁੰਡਿਆਂ ਦੇ ਪਰਚੇ ਨੇ, ਵੀ ਤੁਸੀਂ ਕੋਈ ਹੱਲ ਕਰਾਓ, ਨਹੀਂ ਹੱਲ ਕਰਾਇਆ। ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਉਹਨਾਂ ਨੇ ਸਾਡੇ ਨਾਲ ਗਲਤ ਕੀਤਾ, ਸਾਡੀ ਪਿੱਠ 'ਚ ਛੁਰਾ ਮਾਰਿਆ, ਉਹਨਾਂ ਨੇ ਸਾਡੇ ਨਾਲ ਗਲਤ ਕੀਤਾ, ਧੋਖਾ ਕੀਤਾ। ਉਹ ਉਹਨਾਂ ਦੀ ਸੋਚ ਸੀ। ਹੁਣ ਡਿਸੀਜਨ ਲੈ ਲਿਆ, ਅਸੀਂ ਰੋਕ ਤਾਂ ਉਹਨਾਂ ਨੂੰ ਸਕਦੇ ਨਹੀਂ। ਹਰ ਇੱਕ ਬੰਦੇ ਦਾ ਆਪਦਾ ਡਿਸੀਜਨ ਹੈ। ਅਸੀਂ ਆਪਦੇ ਘਰੇ ਆਪਦੇ ਕੰਮਕਾਰ ਤੇ ਵਾਪਸ ਚਲੇ ਗਏ। ਅੱਜ ਤੁਸੀਂ ਕਹੀ ਜਾਂਦੇ ਹੋ ਜੀ ਇਹ ਗਦਾਰ ਨੇ, ਜੀ ਇਹ ਫਲਾਣੇ ਨੇ। ਕੱਲ੍ਹ ਨੂੰ ਕੌਣ ਆਊਗਾ? ਕੋਈ ਵੀ ਨਹੀਂ ਆਊਗਾ। ਇਹ ਕਿਰਦਾਰ ਕੁਸ਼ੀ ਕਰਨਾ ਮੈਂ ਬੇਨਤੀ ਕਰਦਾ ਵੀ ਬੰਦ ਕਰੋ। ਕੱਲ੍ਹ ਨੂੰ ਕੋਈ ਮੂਵਮੈਂਟ ਖੜੀ ਹੋਊਗੀ, ਕੋਈ ਵੀ ਬੰਦਾ ਨਹੀਂ ਨਿਕਲ ਕੇ ਆਊਗਾ। ਮੈਂ ਕੀ, ਕੋਈ ਆਮ ਬੰਦਾ ਵੀ ਨਹੀਂ ਆਊਗਾ। ਹਰ ਇੱਕ ਬੰਦੇ ਨੂੰ ਆਪਣਾ ਪਰਿਵਾਰ, ਆਪਣਾ ਕਿਰਦਾਰ, ਆਪਣੀ ਇੱਜ਼ਤ ਪਿਆਰੀ ਹੈ। ਸੋ ਸਾਡੇ ਨਾਲ ਸੀਗੇ ਜਸ ਬਾਜਵਾ। ਬਹੁਤ ਸਾਰੀਆਂ ਗੱਲਾਂ ਉਹਨਾਂ ਦੀ ਦਿਲ ਦੀਆਂ ਅਸੀਂ ਸੁਣੀਆਂ, ਅਸੀਂ ਜਾਣੀਆਂ। ਸੋ ਫਿਲਹਾਲ ਪ੍ਰੀਮੀਅਰ ਤੇ ਪਹੁੰਚੇ ਹੋਏ ਹਾਂ। ਸੋ ਵੇਖਦੇ ਹਾਂ ਕਿ ਫਿਲਮ ਕਿਹੋ ਜਿਹੀ ਹੈ ਐਂਡ ਓਬਵੀਅਸ ਜੀ ਗੱਲ ਹੈ ਬਾਕੀਆਂ ਦਾ ਰਿਸਪੌਂਸ ਕਿਹੋ ਜਿਹਾ ਹੈ, ਲੋਕਾਂ ਨੂੰ ਫਿਲਮ ਕਿਹੋ ਜਿਹੀ ਲੱਗਦੀ ਹੈ, ਜਿਹੜੇ ਇੱਥੇ ਆਏ ਹੋਏ ਨੇ ਕਲਾਕਾਰਾਂ ਨੂੰ ਫਿਲਮ ਕਿਹੋ ਜਿਹੀ ਲੱਗਦੀ ਹੈ, ਜ਼ਰੂਰ ਜਾਣਾਂਗੇ। ਫਿਲਹਾਲ ਦੇ ਲਈ ਦਿਓ ਇਜਾਜ਼ਤ। ਦੇਖਦੇ ਰਹੋ ਸਿਨੇ ਪੰਜਾਬੀ। ਸਤਿ ਸ਼੍ਰੀ ਅਕਾਲ।